ਵਾਹਿਗੁਰੂ ਸਤਿਨਾਮ। ਵਾਹਿਗੁਰੂ ਸਾਹਿਬ ਜੀਓ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮੰਗਾਂ ਕਿਛ ਥਿਰ ਨ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਮੈਂ ਕਿਆ ਮੰਗਾਂ ਕਿਛ ਥਿਰ ਨ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਤੱਦੈ ਧਾਰ ਕਲਾ ਜਿਨ ਛੋਡੀ, ਹਰ ਚੀਜੀ ਜਿਨ ਰੰਗ ਕੀਆ। ਤਿਸ ਦਾ ਦੀਆ ਸਭਨੀ ਲੀਆ, ਕਰਮੀ ਕਰਮੀ ਹੁਕਮ ਪਿਆ। ਤਿਸ ਦਾ ਦੀਆ ਸਭਨੀ ਲੀਆ, ਕਰਮੀ ਕਰਮੀ ਹੁਕਮ ਪਿਆ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਕੁੱਲ ਕਾਇਨਾਤ ਦੇ ਰਹਿਬਰ, ਸੀਤਲਤਾ ਦੇ ਸੋਮੇ, ਪਰਮ ਕਿਰਪਾਲੂ ਪਰਮ ਦਇਆਲੂ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਪਾਵਨ ਹਜ਼ੂਰੀ ਵਿੱਚ ਸੱਜ ਕੇ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ। ਸਾਧ ਸੰਗਤ, ਮੈਨੂੰ ਆਸ ਹੈ ਕਿ ਤੁਹਾਨੂੰ ਯਾਦ ਹੋਏਗਾ ਕਿ ਜਿਹੜਾ ਭਾਈ ਸਾਹਿਬ ਜੀ ਨੇ ਸੈਕੰਡ ਲਾਸਟ ਸ਼ਬਦ ਗਾਇਨ ਕੀਤਾ ਸੀ, ਉਸ ਸ਼ਬਦ ਦੀ ਜਿਹੜੀ ਆਰੰਭਤਾ ਹੈ, ਸਭ ਜੋਤ ਤੇਰੀ ਜਗ ਜੀਵਨਾ, ਮੇਰੇ ਖਿਆਲ ਯਾਦ ਹੋਏਗਾ। ਇਹ ਗੁਰੂ ਰਾਮਦਾਸ ਮਹਾਰਾਜ ਦਾ ਬਚਨ ਹੈ ਤੇ ਇਸ ਬਚਨ ਦੀ ਲਾਸਟ ਜਿਹੜੀ ਪੰਕਤੀ ਹੈ ਨਾ, ਸਭ ਕਹੋ ਮੁਖੋਂ ਰਿਖੀਕੇਸ ਹਰੇ, ਰਿਖੀਕੇਸ ਹਰੇ, ਜਿਤ ਪਾਵੈ ਸਭ ਫਲ ਫਲਣਾ। ਬੜੇ ਪਿਆਰੇ ਭਾਵ ਨੇ ਇਸ ਪਾਵਨ ਪੰਕਤੀ ਦੇ। ਇੱਕ ਉਪਦੇਸ਼ ਦੇ ਰਹੇ ਨੇ ਗੁਰੂ ਰਾਮਦਾਸ ਮਹਾਰਾਜ ਸਾਨੂੰ, ਕਹਿੰਦੇ ਜੇ ਚਾਹੁੰਦਾ ਹੈ ਨਾ ਕਿ ਮੇਰੀ ਝੋਲੀ ਦੇ ਵਿੱਚ ਮਾਲਕ ਫਲ ਪਾ ਦੇਵੇ, ਜੇ ਤੇਰੇ ਮਨ ਦੇ ਵਿੱਚ ਇਹ ਖਵਾਹਿਸ਼ ਹੈ ਕਿ ਮੇਰੀ ਇਹ ਝੋਲੀ ਉਹਦੇ ਦਰ ਤੋਂ ਖਾਲੀ ਨਾ ਜਾਏ, ਤੇ ਗੁਰੂ ਸਾਹਿਬ ਕਹਿੰਦੇ ਫਿਰ ਇੱਕ ਕੰਮ ਕਰਨਾ ਸ਼ੁਰੂ ਕਰ ਦੇ, ਸਭ ਕਹੋ ਮੁਖੋਂ ਰਿਖੀਕੇਸ ਹਰੇ। ਆਪਣੀ ਜ਼ੁਬਾਨ ਦੇ ਨਾਲ, ਆਪਣੀ ਰਸਨਾ ਦੇ ਨਾਲ ਉਸ ਮਾਲਕ ਦੇ ਗੁਣ ਗਾਉਣੇ ਸ਼ੁਰੂ ਕਰ। ਜਿਵੇਂ ਜਿਵੇਂ ਉਹਨੂੰ ਜਪੇਂਗਾ ਨਾ, ਗੁਰੂ ਰਾਮਦਾਸ ਮਹਾਰਾਜ ਇੱਥੇ ਗਰੰਟੀ ਲੈਂਦੇ ਪਏ ਨੇ, ਕਹਿੰਦੇ ਤੇਰੀ ਝੋਲੀ ਖਾਲੀ ਨਹੀਂ ਜਾਏਗੀ, ਤੈਨੂੰ ਉਹ ਬਖਸ਼ਿਸ਼ਾਂ ਦੇ ਨਾਲ ਨਿਵਾਜੇਗਾ। ਤੇ ਆਓ ਸਾਧ ਸੰਗਤ, ਜਿਹੜੀ ਗੱਲ ਗੁਰੂ ਰਾਮਦਾਸ ਮਹਾਰਾਜ ਸਾਨੂੰ ਇਹਨਾਂ ਬਚਨਾਂ 'ਚ ਸਮਝਾ ਰਹੇ ਨੇ, ਉਸ ਗੱਲ ਨੂੰ ਅਮਲ ਦੇ ਵਿੱਚ ਲੈ ਕੇ ਆਈਏ, ਪ੍ਰੈਕਟੀਕਲ ਦੇ ਵਿੱਚ ਲੈ ਕੇ ਆਈਏ। ਸੰਗਤ ਦੇ ਵਿੱਚ ਬੈਠਣਾ, ਕੀਰਤਨ ਸਰਵਣ ਕਰਨਾ ਜਾਂ ਪਾਠ ਸਰਵਣ ਕਰਨਾ ਜਾਂ ਕਥਾ ਸਰਵਣ ਕਰਨੀ, ਇਹ ਉਸ ਮਾਲਕ ਦਾ ਸਿਮਰਨ ਹੈ, ਉਹਦੀ ਬੰਦਗੀ ਹੈ। ਜਿੰਨਾ ਕੁ ਸਮਾਂ ਸਾਨੂੰ ਨਸੀਬ ਹੋਇਆ ਹੈ, ਇਸ ਸਮੇਂ ਦੇ ਵਿੱਚ ਆਪਣੇ ਮਨ ਨੂੰ ਗੁਰੂ ਸ਼ਬਦ ਨਾਲ, ਗੁਰੂ ਚਰਨਾਂ ਦੇ ਨਾਲ ਜੋੜੀਏ। ਬੇਨਤੀ ਕਰੀਏ ਕਿ ਮਾਲਕ ਰਹਿਮਤ ਕਰੋ, ਕਿਤੇ ਟਿਕਾ ਦੇ ਨਾਲ ਆਪ ਜੀ ਦੀ ਬੰਦਗੀ ਦੇ ਵਿੱਚ ਜੁੜਨ ਦੀ ਜਾਚ ਆ ਜਾਏ।
ਕਿਤੇ ਅੰਦਰਲਾ ਟਿਕਾ ਨਸੀਬ ਹੋ ਜਾਵੇ, ਤਾਂ ਕਿ ਆਪਣੀ ਇਸ ਜ਼ੁਬਾਨ ਦੇ ਨਾਲ ਜਪਦਿਆਂ ਹੋਇਆਂ ਆਪਣੇ ਇਹ ਅਮੋਲਕ ਜਨਮ ਨੂੰ ਅਸੀਂ ਸਫਲ ਬਣਾ ਸਕੀਏ। ਆਓ ਸਾਧ ਸੰਗਤ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬਚਨ ਆਪਾਂ ਸਰਵਣ ਕੀਤਾ ਹੈ। ਧੱਧੈ ਧਾਰ ਕਲਾ ਜਿਨ ਛੋਡੀ, ਹਰ ਚੀਜੀ ਜਿਨ ਰੰਗ ਕੀਆ, ਤਿਸ ਦਾ ਦੀਆ ਸਭਨੀ ਲੀਆ, ਕਰਮੀ ਕਰਮੀ ਹੁਕਮ ਪਿਆ। ਪਟੀ ਲਿਖੀ ਬਾਣੀ ਦਾ ਇਹ ਬਚਨ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਗੁਰਮੁਖੀ ਦਾ ਧੱਦਾ ਲੈਟਰ ਹੈ ਨਾ, ਉਹਦੇ ਰਾਹੀਂ ਉਪਦੇਸ਼ ਹੈ। ਕਹਿੰਦੇ ਉਸ ਮਾਲਕ ਨੇ ਸੰਸਾਰ ਨੂੰ ਕ੍ਰੀਏਟ ਕੀਤਾ, ਉਹਦੇ ਹੀ ਕੌਤਕ ਇਸ ਦੁਨੀਆ ਦੇ ਵਿੱਚ ਹੋ ਰਹੇ ਨੇ, ਉਹਦੀਆਂ ਦਾਤਾਂ ਇਸ ਜਗਤ ਦੇ ਵਿੱਚ ਵਰਤ ਰਹੀਆਂ ਨੇ। ਜੀਵਾਂ ਨੂੰ ਦਾਤਾਂ ਨਸੀਬ ਹੁੰਦੀਆਂ ਪਈਆਂ ਨੇ, ਪਰ ਕਰਮੀ ਕਰਮੀ ਹੁਕਮ ਪਿਆ। ਉਹ ਦਾਤਾਂ ਜਿਹੜੀਆਂ ਮਿਲਦੀਆਂ ਨਾ, ਇਨਸਾਨਾਂ ਦੇ ਕਰਮਾਂ ਦੇ ਉੱਤੇ ਵੀ ਡਿਪੈਂਡ ਕਰਦਾ ਹੈ ਕਿ ਉਹਨਾਂ ਨੂੰ ਕੀ ਮਿਲਣਾ ਹੈ ਉਸ ਮਾਲਕ ਦੇ ਪਾਸੋਂ। ਧੰਨ ਗੁਰੂ ਨਾਨਕ ਸਾਹਿਬ ਸਾਨੂੰ ਕੀ ਸਮਝਾਉਂਦੇ ਪਏ ਨੇ, ਇਹ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਦਸਮ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਈਏ। ਸਾਰੇ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਇੱਕ ਈਰਾਨ ਦੇ ਵਿੱਚ ਨਾ ਸੂਫੀ ਸੰਤ ਹੋਇਆ ਹੈ, ਉਹਦਾ ਨਾਮ ਆ ਜੀ ਸ਼ੇਖ ਸ਼ਾਦੀ। ਉਹਨੇ ਆਪਣੇ ਜੀਵਨ ਦੇ ਵਿੱਚੋਂ ਇੱਕ ਘਟਨਾ ਬੜੀ ਪਿਆਰੀ ਲਿਖੀ ਹੈ। ਈਰਾਨ ਦੇ ਵਿੱਚ ਰਹਿਣ ਵਾਲਾ ਉਹ ਸੂਫੀ ਸੰਤ, ਉਹ ਲਿਖਦਾ, ਕਹਿੰਦਾ ਮੈਂ ਇੱਕ ਦਿਨ ਮਸਜਿਦ ਵਿੱਚ ਜਾ ਰਿਹਾ ਸੀ ਨਮਾਜ਼ ਅਦਾ ਕਰਨ ਵਾਸਤੇ, ਦੁਪਹਿਰ ਦਾ ਸਮਾਂ। ਤੇ ਈਰਾਨ ਦਾ ਇਲਾਕਾ ਤੁਹਾਨੂੰ ਪਤਾ ਹੈ, ਗਰਮੀ ਕਾਫੀ ਉੱਥੇ ਪੈਂਦੀ ਹੈ। ਰੇਤਲਾ ਸਥਾਨ ਹੋਣ ਕਰਕੇ, ਡੈਜ਼ਰਟ ਹੋਣ ਕਰਕੇ, ਧੁੱਪ ਦੀ ਸੂਰਜ ਦੀ ਰੌਸ਼ਨੀ ਦੇ ਨਾਲ ਉਹ ਰੇਤ ਜ਼ਿਆਦਾ ਗਰਮ ਹੁੰਦੀ ਹੈ ਤੇ ਨੰਗੇ ਪੈਰ ਉਹਦੇ ਉੱਤੇ ਚੱਲਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਸ਼ੇਖ ਸ਼ਾਦੀ ਦੀ ਆਰਥਿਕ ਹਾਲਤ ਜਿਹੜੀ ਹੈ ਨਾ, ਫਾਈਨੈਂਸ਼ੀਅਲ ਸਿਚੁਏਸ਼ਨ ਜਿਹੜੀ ਹੈ ਨਾ, ਉਹ ਬਹੁਤ ਮਾੜੀ ਹੈ, ਗਰੀਬ ਹੈ। ਇੰਨੀ ਗਰੀਬੀ ਹੈ ਕਿ ਕਹਿੰਦਾ ਮੇਰੇ ਕੋਲ ਇੱਕ ਆਪਣੇ ਵਾਸਤੇ ਜੁੱਤੀ, ਸਲੀਪਰਸ ਲੈਣ ਜੋਗੇ ਵੀ ਪੈਸੇ ਨਹੀਂ ਸੀ। ਦੁਪਹਿਰ ਦਾ ਸਮਾਂ, ਕਹਿੰਦੇ ਮੈਂ ਤੁਰਿਆ ਜਾ ਰਿਹਾ ਨਮਾਜ਼ ਅਦਾ ਕਰਨ ਵਾਸਤੇ, ਗਰਮੀ ਬੜੀ ਹੈ, ਰੇਤ ਬਹੁਤ ਤਪਦੀ ਪਈ ਹੈ, ਤੇ ਮੇਰੇ ਕੋਲੋਂ ਇੱਕ ਸ਼ੇਖ ਲੰਘਦਾ ਹੈ, ਊਠ ਤੇ ਸਵਾਰ ਹੈ, ਸਿਰ ਦੇ ਉੱਤੇ ਉਹਨੇ ਛਤਰੀ ਵੀ ਲਈ ਹੋਈ ਹੈ, ਬੜੇ ਆਰਾਮ ਦੇ ਨਾਲ ਉਹ ਮੇਰੇ ਕੋਲੋਂ ਲੰਘ ਗਿਆ। ਤੇ ਕਹਿੰਦੇ ਮੈਂ ਉਹਨੂੰ ਦੇਖ ਕੇ ਤੇ ਆਸਮਾਨ ਵੱਲ ਦੇਖ ਕੇ ਉਸ ਅੱਲਾ ਨੂੰ, ਉਸ ਮਾਲਕ ਨੂੰ ਇੱਕ ਸ਼ਿਕਾਇਤ ਕੀਤੀ, ਕੰਪਲੇਨ ਕੀਤੀ। ਕਹਿੰਦੇ ਕਮਾਲ ਹੈ ਮਾਲਕਾ, ਤੇਰੇ ਰੰਗ ਨਿਆਰੇ ਨੇ, ਵੈਸੇ ਮੈਂ ਰੋਜ਼ਾਨਾ ਤੇਰੇ ਦਰ ਤੇ ਆਣ ਕੇ ਨਮਾਜ਼ ਅਦਾ ਕਰਦਾ, ਤੈਨੂੰ ਯਾਦ ਕਰਦਾ, ਪਰ ਦੇਖ ਇੱਕ ਉਹ ਇਨਸਾਨ ਹੈ ਜਿਹੜਾ ਊਠ ਤੇ ਬੈਠ ਕੇ ਜਾ ਰਿਹਾ ਹੈ, ਉਹਦੇ ਸਿਰ ਦੇ ਉੱਤੇ ਛਤਰ ਵੀ ਝੁਲਦਾ ਪਿਆ ਹੈ, ਤੇ ਦੂਜੇ ਪਾਸੇ ਮੈਂ ਵਾਂ ਜਿਹਦੇ ਕੋਲ ਪੈਰਾਂ ਦੇ ਵਿੱਚ ਪਾਉਣ ਵਾਸਤੇ ਜੁੱਤੀ ਤੱਕ ਨਹੀਂ। ਇਹ ਤੇਰਾ ਕੈਸਾ ਨਿਆਂ ਹੋ ਗਿਆ ਕਿ ਇੱਕ ਤਾਂ ਊਠ ਦੇ ਉੱਤੇ ਜਾਂਦਾ ਪਿਆ, ਇੱਕ ਨੂੰ ਤੂੰ ਬਹੁਤ ਸੁੱਖ ਆਰਾਮ ਦਿੱਤੇ ਹੋਏ ਨੇ, ਤੇ ਇੱਕ ਮੈਂ ਵਾਂ ਜਿਹਨੂੰ ਪੈਰਾਂ ਦੇ ਵਿੱਚ ਪਾਉਣ ਵਾਸਤੇ ਜੁੱਤੀ ਵੀ ਨਸੀਬ ਨਹੀਂ। ਸ਼ਿਕਾਇਤ ਕਰਦਾ ਗਿਆ, ਕਹਿੰਦਾ ਮੈਂ ਅੱਜ ਨਮਾਜ਼ ਪੜ੍ਹਨੀ ਹੈ, ਨਮਾਜ਼ ਪੜ੍ਹਨ ਤੋਂ ਬਾਅਦ ਮੈਂ ਦੁਆ ਨਹੀਂ ਕਰਨੀ, ਮੈਂ ਸ਼ਿਕਾਇਤ ਹੀ ਕਰਨੀ ਹੈ ਤੇਰੀ, ਤੇਰੇ ਨਾਲ ਸ਼ਿਕਾਇਤ ਹੀ ਤੇਰੀ ਕਰਨੀ ਹੈ ਕਿ ਤੂੰ ਇਹ ਕੈਸਾ ਨਿਆਂ ਕਰਦਾ ਹੈ, ਇੱਕ ਨੂੰ ਤੂੰ ਬੜਾ ਆਰਾਮ ਦਿੰਦਾ ਹੈ, ਦੂਜੇ ਨੂੰ ਦੁੱਖ ਦਿੰਦਾ ਹੈ, ਇਹ ਕਿਵੇਂ? ਕਹਿੰਦੇ ਇਹ ਮਨ ਦੇ ਵਿੱਚ ਐਸੇ ਵਿਚਾਰ ਸੋਚਦਾ ਸੋਚਦਾ ਮਸਜਿਦ ਦੇ ਕੋਲ ਪਹੁੰਚਾ, ਪੌੜੀਆਂ ਚੜ੍ਹਨ ਲੱਗਾ। ਕੀ ਦੇਖਦਾ ਹੈ ਕਿ ਇੱਕ ਹੋਰ ਇਨਸਾਨ, ਉਹਦੇ ਪੈਰ ਨਹੀਂ, ਉਹ ਰਿੜਦਾ ਹੋਇਆ ਪੌੜੀਆਂ ਚੜ੍ਹਦਾ ਪਿਆ ਜੀ, ਬੜੀ ਮੁਸ਼ਕਲ ਦੇ ਨਾਲ। ਸ਼ੇਖ ਸ਼ਾਦੀ ਕਹਿੰਦੇ ਮੈਂ ਉਹਨੂੰ ਦੇਖਿਆ, ਤੇ ਦੇਖ ਕੇ ਉਹਨੂੰ ਮੈਂ ਪੁੱਛਿਆ, ਕਹਿਣ ਲੱਗਾ ਭਲਿਆ ਮੈਂ ਦੁਖੀ ਹਾਂ ਕਿਉਂਕਿ ਮੈਨੂੰ ਪੈਰਾਂ ਦੇ ਵਿੱਚ ਪਾਉਣ ਨੂੰ ਚੱਪਲ ਜਾਂ ਜੁੱਤੀ ਨਸੀਬ ਨਹੀਂ ਹੋਈ, ਮੈਂ ਮਾਲਕ ਨੂੰ ਕੰਪਲੇਨ ਕਰਦਾ ਪਿਆ, ਤੂੰ ਤੇ ਮੇਰੇ ਨਾਲੋਂ ਜ਼ਿਆਦਾ ਦੁਖੀ ਹੈ, ਤੂੰ ਤੇ ਮੇਰੇ ਨਾਲੋਂ ਜ਼ਿਆਦਾ ਦੁਖੀ, ਰੱਬ ਨੇ ਤੈਨੂੰ ਤਾਂ ਪੈਰ ਹੀ ਕੋਈ ਨਹੀਂ ਦਿੱਤੇ। ਤੇ ਉਹਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗਾ ਇਹ ਤੈਨੂੰ ਭੁਲੇਖਾ ਹੈ, ਇਹ ਤੇਰੇ ਮਨ ਦਾ ਵਹਿਮ ਹੈ ਕਿ ਮੈਂ ਤੇਰੇ ਨਾਲੋਂ ਜ਼ਿਆਦਾ ਦੁਖੀ ਹਾਂ, ਅਸਲ ਦੇ ਵਿੱਚ ਤੂੰ ਮੇਰੇ ਨਾਲੋਂ ਜ਼ਿਆਦਾ ਦੁਖੀ ਹੈ, ਮੈਂ ਦੁਖੀ ਨਹੀਂ। ਰੀਜ਼ਨ ਪੁੱਛਿਆ ਕਿਉਂ? ਕਹਿੰਦਾ ਇਹ ਜਿਹੜੇ ਮੇਰੇ ਪੈਰ ਨੇ ਨਾ, ਇਹ ਤਾਂ ਮੈਨੂੰ ਜਨਮ ਤੋਂ ਹੀ ਨਹੀਂ ਮਿਲੇ, ਜਨਮ ਤੋਂ ਮਾਲਕ ਨੇ ਮੈਨੂੰ ਪੈਰ ਨਹੀਂ ਦਿੱਤੇ, ਪਰ ਮੈਂ ਉਹਦਾ ਸ਼ੁਕਰ ਕਰਦਾ
ਪੈਰ ਚਾਹੇ ਉਹਨੇ ਮੈਨੂੰ ਨਹੀਂ ਦਿੱਤੇ, ਪਰ ਬਾਕੀ ਮੇਰੇ ਸਾਰੇ ਸਰੀਰ ਦੇ ਅੰਗ ਚੰਗੇ ਨੇ। ਮੈਂ ਬੋਲ ਸਕਦਾ, ਮੈਂ ਦੇਖ ਸਕਦਾ, ਮੈਂ ਸੁਣ ਸਕਦਾ, ਮੈਂ ਹੱਥਾਂ ਦੇ ਨਾਲ ਕੰਮ ਕਰ ਸਕਦਾ, ਮੈਂ ਖਾ ਸਕਦਾ, ਸਰੀਰ ਮੇਰਾ ਅਰੋਗ ਹੈ, ਬਿਮਾਰੀ ਕੋਈ ਨਹੀਂ, ਰੋਗ ਕੋਈ ਨਹੀਂ, ਮੈਂ ਉਹਦਾ ਸ਼ੁਕਰ ਕਰਦਾ। ਪਰ ਮੈਨੂੰ ਹੈਰਾਨਗੀ ਤਾਂ ਤੇਰੇ ਉੱਤੇ ਆ ਰਹੀ ਹੈ ਕਿ ਤੈਨੂੰ ਰੱਬ ਨੇ ਸਾਰਾ ਸਰੀਰ ਬੜਾ ਖੂਬਸੂਰਤ ਦਿੱਤਾ ਹੈ, ਕਮੀ ਕੋਈ ਨਹੀਂ ਤੇਰੇ ਵਿੱਚ, ਪਰ ਫਿਰ ਵੀ ਤੂੰ ਉਹਦੇ ਅੱਗੇ ਕੰਪਲੇਨ ਕਰਦਾ ਪਿਆ। ਮੇਰੇ ਨਾਲੋਂ ਜ਼ਿਆਦਾ ਦੁਖੀ ਤੂੰ ਹੀ ਲੱਗਦਾ ਹੈ, ਮੈਨੂੰ ਦੁੱਖ ਕੋਈ ਨਹੀਂ, ਮੈਂ ਤਾਂ ਉਹਦਾ ਸ਼ੁਕਰ ਕਰਦਾ। ਸ਼ੇਖ ਸ਼ਾਦੀ ਕਹਿੰਦਾ ਮੇਰੀਆਂ ਅੱਖਾਂ ਝੁਕ ਗਈਆਂ ਸ਼ਰਮ ਦੇ ਨਾਲ ਕਿ ਇੱਕ ਜੁੱਤੀ ਦੀ ਖਾਤਰ ਮੈਂ ਉਸ ਮਾਲਕ ਨੂੰ ਕੰਪਲੇਨ ਕਰਨ ਲੱਗ ਪਿਆ। ਮੇਰੇ ਨਾਲੋਂ ਤਾਂ ਕਹਿੰਦਾ ਇਹ ਇਨਸਾਨ ਚੰਗਾ ਹੈ ਜਿਹੜਾ ਪੈਰਾਂ ਤੋਂ ਬਿਨਾਂ ਹੈ ਪਰ ਫਿਰ ਵੀ ਉਹਦਾ ਸ਼ੁਕਰ ਕਰਦਾ ਪਿਆ। ਸਾਧ ਸੰਗਤ ਸਿਰਫ ਇੰਨੀ ਕੁ ਗੱਲ ਹੈ, ਦਾਤਾਂ ਰੱਬ ਦੀਆਂ ਦਿੱਤੀਆਂ ਹੋਈਆਂ ਨੇ ਸਾਨੂੰ ਸਾਰੀਆਂ ਹੀ, ਪਰ ਪ੍ਰੋਬਲਮ ਇਹ ਹੋ ਗਈ ਕਿ ਉਹਦੀਆਂ ਦਾਤਾਂ ਨੂੰ ਅਸੀਂ ਪਹਿਚਾਨਿਆ ਹੀ ਨਹੀਂ ਪਹਿਚਾਨਿਆ। ਗੁਰੂ ਅਰਜਨ ਸਾਹਿਬ ਨੇ ਬੜਾ ਪਿਆਰਾ ਬਚਨ ਕਹਿਣਾ ਇੱਕ ਸੁਖਮਨੀ ਸਾਹਿਬ ਦੇ ਵਿੱਚ। ਕੀ ਕਹਿੰਦੇ ਨੇ ਸਤਿਗੁਰੂ ਜੀ? ਕਹਿੰਦੇ ਦੇਖੋ ਇੱਕ ਇਨਸਾਨ ਹੈ, ਬੜਾ ਕੁਛ ਦਿੱਤਾ ਜੀ ਰੱਬ ਨੇ, ਤੇ ਕੋਈ ਇੱਕ ਮੰਗ ਲਈ ਰੱਬ ਦੇ ਕੋਲੋਂ ਜਾਂ ਗੁਰੂ ਦੇ ਕੋਲੋਂ, ਉਹ ਮੰਗ ਪੂਰੀ ਨਹੀਂ ਹੋਈ। ਉਹ ਕਿਉਂ ਨਹੀਂ ਹੋਈ? ਉਹਦਾ ਇੱਕ ਵੱਖਰਾ ਰੀਜ਼ਨ। ਉਹ ਮੰਗ ਪੂਰੀ ਨਹੀਂ ਹੋਈ ਤੇ ਉਹ ਰੱਬ ਨੂੰ ਆਣ ਕੇ ਤੇ ਕੰਪਲੇਨਸ ਕਰਨੀਆਂ ਉਹਨੇ ਸ਼ੁਰੂ ਕਰ ਦਿੱਤੀਆਂ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਪਤਾ ਕੀ ਕਹਿੰਦੇ? ਕਹਿੰਦੇ ਦੇਖ ਤੈਨੂੰ ਇੰਨਾ ਕੁਝ ਦਿੱਤਾ, ਤੂੰ ਉਹਦਾ ਸ਼ੁਕਰ ਨਹੀਂ ਕਰਦਾ। ਇੱਕ ਚੀਜ਼ ਨਹੀਂ ਮਿਲੀ ਤੇ ਉਹਦੀ ਕੰਪਲੇਨ ਕਰਨ ਲੱਗ ਪਏ ਉਹਦੇ ਸਾਹਮਣੇ ਆਣ ਕੇ। ਜੇ ਸਪੋਜ਼ ਕਰ ਲਾ ਕਿ ਉਹ ਜਿਹੜੀਆਂ 10 ਚੀਜ਼ਾਂ ਤੈਨੂੰ ਦਿੱਤੀਆਂ ਨੇ ਉਹ ਵੀ ਵਾਪਸ ਲੈ ਲੈ, ਫਿਰ ਕੀ ਕਰ ਲਏਗਾ? 10 ਵਸਤੂ ਲੈ ਪਾਸ਼ੇ ਪਾਵੇ, ਏਕ ਬਸਤ ਕਾਰਨ ਬਿਖੋਟ ਗਵਾਵੇ, ਏਕ ਭੀ ਨਾ ਦੇ। ਜਿਹੜੀ ਇੱਕ ਮੰਗਦਾ ਪਏ ਤੈਨੂੰ ਉਹ ਵੀ ਨਾ ਦਵੇ, 10 ਭੀ ਹਿਰ ਲੈ, ਤੇਰੇ ਕੋਲ ਉਹ 10 ਵੀ ਲੈ ਲਵੇ ਤਾਂ ਉਹ ਮੂੜਾ ਕਹੋ ਕਹਾਂ ਕਰੇ। ਫਿਰ ਕਹਿੰਦੇ ਮੂਰਖਾ ਕੀ ਕਰ ਲਏਗਾ ਤੂੰ? ਜ਼ੋਰ ਹੈ ਤੇਰਾ ਉਹਦੇ ਉੱਤੇ ਕੋਈ? ਨਹੀਂ। ਫਿਰ ਕੀ ਕਰਨਾ ਬਣਦਾ ਹੈ? ਸ਼ੁਕਰ। ਉਹ ਕਹਿੰਦੇ ਨੇ ਨਾ ਕਿਸੇ ਦੋਸਤ ਨੇ, ਜੋ ਦੋਸਤ ਸੀ ਜੀ ਬੜੇ ਗਹਿਰੇ, ਬੜੀ ਕਲੋਜ਼ ਫਰੈਂਡਸ਼ਿਪ ਸੀ ਉਹਨਾਂ ਦੀ, ਬਚਪਨ ਦੇ ਦੋਸਤ ਕਹਿ ਲਈਏ ਜੀ, ਪੰਜਾਬੀ ਚ ਲੰਗੋਟੀਆ ਯਾਰ ਜਿਹਨੂੰ ਕਹਿ ਦਿੰਦੇ ਨੇ। ਉਹ ਬਚਪਨ ਤੋਂ ਇਕੱਠੇ ਖੇਡੇ, ਪੜ੍ਹੇ, ਜਵਾਨ ਹੋਏ, ਜੌਬ ਕੀਤੀ। ਤੇ ਹੁਣ ਇੱਕ ਮਿੱਤਰ ਦੀ ਜੌਬ ਜਿਹੜੀ ਹੈ ਉਹ ਕਿਸੇ ਦੂਸਰੇ ਸ਼ਹਿਰ ਕਹਿ ਲਈਏ ਜਾਂ ਕਿਸੇ ਦੂਸਰੇ ਦੇਸ਼ ਦੇ ਵਿੱਚ ਕਹਿ ਲਈਏ ਲੱਗ ਗਈ। ਹੁਣ ਵਿਛੜਨਾ ਸੀ ਦੋਨਾਂ ਦੋਸਤਾਂ ਨੇ, ਦੋਸਤੀ ਬੜੀ ਗਹਿਰੀ, ਵਿਛੜਨਾ ਸੀ। ਵਿਛੜਨ ਤੋਂ ਪਹਿਲਾਂ ਦੋਨੋਂ ਮਿਲੇ ਆਪਸ ਦੇ ਵਿੱਚ। ਜਿੰਨੇ ਜਾਣਾ ਸੀ ਨਾ ਫੌਰਨ, ਉਹਨੇ ਕੋਈ ਐਜ਼ ਗਿਫਟ ਕੋਈ ਵਸਤੂ ਦੇ ਦਿੱਤੀ ਜੀ ਆਪਣੇ ਦੋਸਤ ਨੂੰ ਨਿਸ਼ਾਨੀ ਦੇ ਤੌਰ ਤੇ, ਤੇ ਦੂਜੇ ਮਿੱਤਰ ਨੇ ਉਹਦੇ ਕੋਲੋਂ ਲੈ ਕੇ ਤੇ ਆਪਣੇ ਘਰ ਦੇ ਵਿੱਚ ਰੱਖੀ ਜੀ। ਤੇ ਜਦੋਂ ਵੀ ਉਸ ਚੀਜ਼ ਨੂੰ ਦੇਖਣਾ, ਉਸ ਗਿਫਟ ਨੂੰ ਦੇਖਣਾ, ਤੇ ਦੇਖ ਕੇ ਆਪਣੇ ਮਿੱਤਰ ਦੀ ਯਾਦ ਆ ਜਾਣੀ, ਜਿਹੜੀਆਂ ਪੁਰਾਣੀਆਂ ਓਲਡ ਮੈਮਰੀਜ਼ ਜਿਹੜੀਆਂ ਸੀ ਉਹਨਾਂ ਦੇ ਵਿੱਚ ਚਲੇ ਜਾਣਾ ਕਿ ਕਿਸ ਤਰ੍ਹਾਂ ਅਸੀਂ ਇਕੱਠੇ ਖੇਡਿਆ ਕਰਦੇ ਸੀ, ਕਿਸ ਤਰ੍ਹਾਂ ਅਸੀਂ ਪੜ੍ਹਿਆ ਕਰਦੇ ਸੀ, ਇਕੱਠਿਆਂ ਘੁੰਮਣਾ ਫਿਰਨਾ, ਉਹ ਸਭ ਕੁਝ ਯਾਦ ਆ ਜਾਣਾ ਜੀ। ਇੱਕ ਫਿਲਮ ਦੀ ਤਰ੍ਹਾਂ ਅੱਖਾਂ ਦੇ ਸਾਹਮਣੇ ਸਭ ਕੁਝ ਘੁੰਮ ਜਾਣਾ। ਜੇ ਘਰ ਦੇ ਵਿੱਚ ਕੋਈ ਗੈਸਟ ਆਣਾ ਨਾ ਤੇ ਉਹਨੂੰ ਵੀ ਦਿਖਾਉਣੀ ਉਹ ਚੀਜ਼, ਆ ਮੇਰੇ ਦੋਸਤ ਨੇ ਮੈਨੂੰ, ਮੇਰਾ ਬੜਾ ਗਹਿਰਾ ਦੋਸਤ ਸੀ, ਉਹਨੇ ਮੈਨੂੰ ਇਹ ਚੀਜ਼ ਦਿੱਤੀ ਹੈ। ਇਹਦਾ ਭਾਵ ਕਿ ਜਦੋਂ ਵੀ ਉਹ ਆਪਣੇ ਮਿੱਤਰ ਦੁਆਰਾ ਦਿੱਤੇ ਹੋਏ ਉਸ ਤੋਹਫੇ ਨੂੰ, ਉਸ ਗਿਫਟ ਨੂੰ ਦੇਖਦਾ ਤੇ ਮਿੱਤਰ ਦੀ ਯਾਦ ਆਉਂਦੀ ਹੈ ਜੀ। ਤੁਹਾਡੇ ਨਾਲ ਵੀ ਇਦਾਂ ਹੁੰਦਾ ਹੋਏਗਾ। ਤੁਹਾਨੂੰ ਪੇਰੈਂਟਸ ਨੇ ਕੋਈ ਚੀਜ਼ ਦਿੱਤੀ ਹੋਵੇਗੀ ਨਾ, ਤੇ ਤੁਹਾਨੂੰ ਅੱਜ ਵੀ ਉਹ ਚੀਜ਼ ਦੇਖ ਕੇ ਆਪਣੇ ਪੇਰੈਂਟਸ ਦੀ ਯਾਦ ਆਉਂਦੀ ਹੋਵੇਗੀ, ਚਾਹੇ ਅੱਜ ਤੁਹਾਡੇ ਕੋਲ ਮਾਤਾ ਪਿਤਾ ਨਹੀਂ ਨੇ। ਕੋਈ ਐਸਾ ਮਿੱਤਰ ਜਿਨੇ ਤੁਹਾਨੂੰ ਕੋਈ ਤੋਹਫਾ ਦਿੱਤਾ ਹੋਏਗਾ, ਅੱਜ ਤੁਹਾਡੇ ਕੋਲ ਨਹੀਂ ਹੈ, ਪਰ ਜਦੋਂ ਉਹ ਚੀਜ਼ ਦੇਖਦੇ ਹੋ, ਉਹ ਤੋਹਫਾ ਦੇਖਦੇ ਹੋ, ਤੁਹਾਨੂੰ ਤੁਹਾਡਾ ਉਹ ਦੋਸਤ ਯਾਦ ਆ ਜਾਂਦਾ ਹੈ। ਪੁਰਾਣੀਆਂ ਯਾਦਾਂ ਤੁਹਾਨੂੰ ਚੇਤੇ ਆ ਜਾਂਦੀਆਂ ਨੇ। ਸਾਧ ਸੰਗਤ, ਪਰ ਇੱਕ ਕਮਾਲ ਦੀ ਗੱਲ ਇਹ ਹੈ, ਮਿੱਤਰ ਦੀ ਦਿੱਤੀ ਹੋਈ ਇੱਕ ਚੀਜ਼ ਤੋਂ ਮਿੱਤਰ ਦੀ ਯਾਦ ਆਉਂਦੀ ਹੈ। ਤੇ ਇਹ ਜਿਹੜਾ ਸਾਡਾ ਸਰੀਰ ਹੈ, ਇਹ ਕਿਹਨੇ ਦਿੱਤਾ ਹੈ? ਮਾਲਕ ਨੇ। ਕਿ ਇਸ ਸਰੀਰ ਨੂੰ ਦੇਖਦੇ ਹਾਂ, ਜਦੋਂ ਆਪਾਂ ਸ਼ੀਸ਼ੇ ਦੇ ਵਿੱਚ ਸਾਹਮਣੇ ਦੇਖ ਕੇ ਤਿਆਰ ਹੁੰਨੇ ਆ, ਆਪਣੇ ਸਰੀਰ ਨੂੰ ਦੇਖਦੇ ਆ ਨਾ ਜੀ, ਸਵਾਰਦੇ ਆ, ਕਿ ਇਸ ਸਰੀਰ ਨੂੰ ਦੇਖ ਕੇ ਇਹ ਜਿਹੜਾ ਗਿਫਟ ਪ੍ਰਮਾਤਮਾ ਨੇ ਸਾਨੂੰ ਦਿੱਤਾ ਹੈ, ਇਹਨੂੰ ਦੇਖ ਕੇ ਕਦੇ ਪ੍ਰਮਾਤਮਾ ਯਾਦ ਆਇਆ? ਬਹੁਤ ਵਿਰਲੇ ਹੋਣਗੇ ਜਿਨ੍ਹਾਂ ਨੂੰ ਯਾਦ ਆਉਂਦਾ ਹੋਏਗਾ, ਮੋਸਟਲੀ ਨਹੀਂ।
ਸਤਿਗੁਰੂ ਜੀ ਕਹਿੰਦੇ ਤੂੰ ਯਾਦ, ਇਹ ਸਰੀਰ ਵੀ ਉਸ ਮਾਲਕ ਦੀ ਦਿੱਤੀ ਹੋਈ ਇੱਕ ਅਮੋਲਕ ਦਾਤ ਹੈ, ਇਹਨੂੰ ਕੋਈ ਬਾਜ਼ਾਰੋਂ ਨਹੀਂ ਜੇ ਖਰੀਦ ਸਕਦਾ। ਬੜਾ ਔਖਾ। ਕੇਵਲ ਸਰੀਰ ਦੀ ਗੱਲ ਨਹੀਂ, ਹੋਰ ਇੰਨੀਆਂ ਦਾਤਾਂ ਮਾਲਕ ਨੇ ਸਾਡੀ ਝੋਲੀ ਦੇ ਵਿੱਚ ਪਾਈਆਂ ਹੋਈਆਂ ਨੇ, ਜਿਨ੍ਹਾਂ ਦੀ ਕੀਮਤ ਅਸੀਂ ਕਦੇ ਦੇ ਹੀ ਨਹੀਂ ਸਕਦੇ। ਐਗਜ਼ਾਮਪਲ ਦੇ ਤੌਰ ਤੇ ਆਪਣੇ ਘਰਾਂ ਦੇ ਵਿੱਚ ਇਲੈਕਟ੍ਰਿਸਿਟੀ ਹੈ ਜੀ, ਬਿਜਲੀ ਆਪਾਂ ਯੂਜ਼ ਕਰਦੇ ਹਾਂ। ਹਰ ਮਹੀਨੇ ਸਾਡੇ ਘਰ ਦੇ ਵਿੱਚ ਬਿੱਲ ਆ ਜਾਂਦਾ ਹੈ, ਆਉਂਦਾ ਹੈ ਨਾ। ਸੂਰਜ ਕਰੋੜਾਂ ਸਾਲਾਂ ਤੋਂ ਰੌਸ਼ਨੀ ਦੇਈ ਜਾ ਰਿਹਾ ਹੈ, ਹਵਾ ਕਰੋੜਾਂ ਸਾਲਾਂ ਤੋਂ ਆਪਾਂ ਆਨੰਦ ਮਾਣਦੇ ਪਏ ਆ। ਬੀਚ ਤੇ ਜਾਂਦੇ ਨਾ ਸ਼ਾਮ ਨੂੰ, ਤੇ ਜਾ ਕੇ ਆਪਣੇ ਘਰ ਆਣ ਕੇ ਕਹਿੰਦੇ ਅੱਜ ਆਨੰਦ ਆ ਗਿਆ, ਹਵਾ ਬੜੀ ਪਿਆਰੀ ਚੱਲਦੀ ਪਈ ਸੀ। ਕਦੀ ਉਸ ਹਵਾ ਦਾ ਮੁੱਲ ਤਾਰਿਆ ਹੈ? ਕਦੀ ਉਸ ਰੌਸ਼ਨੀ ਦਾ ਮੁੱਲ ਤਾਰਿਆ ਹੈ? ਇਹ ਦਾਤਾਂ ਨਹੀਂ, ਦਾਤਾਂ ਨੇ ਉਹਦੀਆਂ, ਪਰ ਕਦੀ ਅਸੀਂ ਇਹ ਰਿਅਲਾਈਜ਼ ਨਹੀਂ ਕੀਤਾ ਕਿ ਇਹ ਵੀ ਸਾਰੀਆਂ ਉਹਦੀਆਂ ਦਾਤਾਂ ਨੇ। ਉਹਨਾਂ ਦਾਤਾਂ ਨੂੰ ਦੇਖ ਕੇ ਉਹ ਮਾਲਕ ਸਾਨੂੰ ਯਾਦ ਨਹੀਂ ਆਉਂਦਾ। ਗੁਰੂ ਨਾਨਕ ਸਾਹਿਬ ਇਹ ਗੱਲ ਸਾਨੂੰ ਸਮਝਾ ਰਹੇ ਨੇ। ਕਹਿੰਦੇ ਦੇਖ, ਇਹ ਪ੍ਰਮਾਤਮਾ ਨੇ ਸੰਸਾਰ ਨੂੰ ਸਾਜ ਦਿੱਤਾ ਹੈ। ਧੱਦੈ ਧਾਰ ਕਲਾ ਜਿਨ ਛੋਡੀ। ਧਾਰ ਕਲਾ, ਧਾਰ ਦਾ ਮਤਲਬ ਹੁੰਦਾ ਜੀ ਕ੍ਰੀਏਟ ਕਰ ਦੇਣਾ। ਪ੍ਰਮਾਤਮਾ ਨੇ ਸਭ ਕੁਝ ਕ੍ਰੀਏਟ ਕਰਕੇ ਆਪਣੀ ਤਾਕਤ, ਕਲਾ ਦਾ ਮਤਲਬ ਹੁੰਦਾ ਜੀ ਤਾਕਤ, ਪਾਵਰ, ਆਪਣੀ ਸ਼ਕਤੀ ਇਸ ਸੰਸਾਰ ਦੇ ਵਿੱਚ ਉਹਨੇ ਪਾ ਦਿੱਤੀ ਹੈ। ਆਪ ਹੀ ਜਗਤ ਦੇ ਵਿੱਚ ਵਸ ਗਿਆ ਹੈ। ਉਹ ਹਰ ਚੀਜ਼ੀ ਜਿਨ ਰੰਗ ਕੀਆ, ਉਹ ਆਪ ਹੀ ਕੌਤਕ ਕਰਦਾ ਪਿਆ ਦੁਨੀਆ ਦੇ ਵਿੱਚ। ਤਿਸ ਦਾ ਦੀਆ, ਉਸੇ ਦਾ ਦਿੱਤਾ ਹੋਇਆ, ਸਭਨੀ ਲਿਆ, ਸਾਰੇ ਯੂਜ਼ ਕਰਦੇ ਪਏ ਆ। ਚਾਹੇ ਕੋਈ ਅਮੀਰ ਹੈ, ਚਾਹੇ ਕੋਈ ਗਰੀਬ ਹੈ, ਚਾਹੇ ਛੋਟਾ ਹੈ, ਚਾਹੇ ਕੋਈ ਵੱਡਾ ਹੈ, ਸਾਰੇ ਹੀ ਉਹਦੀਆਂ ਦਾਤਾਂ ਮਾਣਦੇ ਪਏ ਨੇ। ਆ ਸਭਨੀ ਲਿਆ ਜਿਹੜਾ ਸ਼ਬਦ ਹੈ ਨਾ ਸਾਧ ਸੰਗਤ, ਜਿਹੜੇ ਵਰਡ ਦੋ ਯੂਜ਼ ਕੀਤੇ ਨੇ ਗੁਰੂ ਨਾਨਕ ਸਾਹਿਬ ਨੇ, ਇਹਦਾ ਮਤਲਬ ਕੱਲਾ ਇਨਸਾਨ ਨਹੀਂ ਜੇ, ਭੁਲੇਖੇ ਚ ਨਾ ਰਿਓ। ਇਹਦਾ ਮਤਲਬ ਇਹ ਨਹੀਂ ਕਿ ਕੱਲੇ ਇਨਸਾਨ ਹੀ ਉਹਦੀਆਂ ਦਾਤਾਂ ਨੂੰ ਮਾਣਦੇ ਪਏ ਨੇ, ਜਾਂ ਕੱਲੇ ਇਨਸਾਨਾਂ ਨੂੰ ਹੀ ਉਸ ਮਾਲਕ ਨੇ ਦਾਤਾਂ ਦਿੱਤੀਆਂ ਨੇ। ਨਹੀਂ, ਜਿਹੜੀ ਵੀ ਚੀਜ਼ ਪ੍ਰਮਾਤਮਾ ਨੇ ਦੁਨੀਆ ਦੇ ਵਿੱਚ ਪੈਦਾ ਕੀਤੀ ਹੈ, ਉਸ ਹਰ ਇੱਕ ਪੈਦਾ ਕੀਤੀ ਹੋਈ ਚੀਜ਼ ਨੂੰ ਜਾਂ ਜੀਵ ਨੂੰ ਪ੍ਰਮਾਤਮਾ ਦਾਤਾਂ ਦਿੰਦਾ ਹੈ। ਪਸ਼ੂ ਪੰਛੀ, ਜਾਨਵਰ, ਕੀੜੇ ਮਕੌੜੇ, ਜਨਮ ਇਹਨਾਂ ਦਾ ਵੀ ਹੈ, ਦਾਤਾਂ ਮਾਲਕ ਨੇ ਇਹਨਾਂ ਨੂੰ ਵੀ ਦਿੱਤੀਆਂ ਨੇ। ਸਰੀਰ ਉਹਨਾਂ ਨੂੰ ਵੀ ਦਿੱਤਾ ਹੈ, ਸਵਾਸ ਉਹਨਾਂ ਨੂੰ ਵੀ ਦਿੱਤੇ ਨੇ, ਅੱਖਾਂ, ਹੱਥ, ਪੈਰ, ਮੂੰਹ, ਨੱਕ, ਇਹ ਸਭ ਕੁਝ ਉਹਨਾਂ ਨੂੰ ਵੀ ਦਿੱਤਾ ਹੈ। ਖਾਣ ਵਾਸਤੇ ਭੋਜਨ ਪਦਾਰਥ ਉਹਨਾਂ ਨੂੰ ਵੀ ਦਿੱਤਾ ਹੈ। ਇਹ ਸਭ ਕੁਝ ਦਾਤਾਂ ਮਾਲਕ ਸਾਰਿਆਂ ਨੂੰ ਦੇ ਰਿਹਾ, ਜੋ ਕੁਝ ਉਸਨੇ ਪੈਦਾ ਕੀਤਾ ਹੈ। ਪਰ ਜਿਹੜੀ ਅਗਲੀ ਗੱਲ ਹੈ ਨਾ ਸਾਧ ਸੰਗਤ, ਹੁਣ ਕਈ ਕਹਿ ਦਿੰਦੇ ਨੇ ਨਾ ਜੀ ਕਿ ਫਲਾਣਾ ਬੰਦਾ ਬੜਾ ਸੁਖੀ ਹੈ ਜੀ, ਮਾਲਕ ਨੇ ਮੈਨੂੰ ਦਿੱਤਾ ਹੀ ਕੁਝ ਨਹੀਂ। ਇਹ ਕਿਉਂ? ਇੱਕ ਬੰਨੇ ਬੜਾ ਸੁਖੀ ਇਨਸਾਨ ਹੈ, ਇੱਕ ਬੰਨੇ ਦੁਖੀ ਹੈ। ਇਹ ਦੋ ਗੱਲਾਂ ਕਿਵੇਂ ਹੋ ਗਈ? ਜੇ ਮਾਲਕ ਸਾਰਿਆਂ ਨੂੰ ਦਾਤਾਂ ਦੇ ਰਿਹਾ ਹੈ, ਤੇ ਫਿਰ ਇੱਕ ਬਰਾਬਰ ਕਿਉਂ ਨਹੀਂ ਦਿੰਦਾ? ਸਾਰਿਆਂ ਨੂੰ ਅਮੀਰ ਹੀ ਕਿਉਂ ਨਹੀਂ ਕਰ ਦਿੰਦਾ? ਸਾਰਿਆਂ ਨੂੰ ਸੁੱਖ ਹੀ ਕਿਉਂ ਨਹੀਂ ਦੇ ਦਿੰਦਾ? ਉਹਦੇ ਵੱਸ ਦੇ ਵਿੱਚ ਹੈ, ਉਹ ਕਰ ਸਕਦਾ ਜੀ, ਚਾਹੇ ਤੇ ਕਰ ਸਕਦਾ, ਕੋਈ ਸ਼ੱਕ ਨਹੀਂ, ਕੋਈ ਡਾਊਟ ਨਹੀਂ ਹੈ। ਬਚਨ ਆਪਾਂ ਪੜ੍ਹਦੇ ਹਾਂ ਨਾ, ਸਭਨਾ ਉੱਪਰ ਨਦਰ ਪ੍ਰਭ ਤੇਰੀ। ਪੜ੍ਹਿਓ, ਸਕਰੀਨ ਤੇ ਮੇਰੇ ਖਿਆਲ ਸ਼ੋ ਹੋਣਗੇ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੈ ਥੋੜੀ ਕਿਸੈ ਹੈ ਕਨੇਰੀ। ਸਾਰਿਆਂ ਦੇ ਉੱਤੇ ਮਾਲਕ ਤੇਰੀ ਨਜ਼ਰ ਹੈ, ਤੂੰ ਸਾਰਿਆਂ ਨੂੰ ਦੇਖਦਾ ਪਿਆ, ਸਾਰਿਆਂ ਦੇ ਉੱਤੇ ਕਿਰਪਾ ਕਰਦਾ ਪਿਆ, ਸਾਰਿਆਂ ਨੂੰ ਦਾਤਾਂ ਦਿੰਦਾ ਪਿਆ। ਕਿਸੇ ਨੂੰ ਥੋੜੀਆਂ ਦਿੱਤੀਆਂ ਨੇ, ਕਿਸੇ ਨੂੰ ਜ਼ਿਆਦਾ ਦਿੱਤੀਆਂ ਨੇ, ਕਿਸੇ ਦੇ ਉੱਤੇ ਕਿਰਪਾ ਤੇਰੀ ਜ਼ਿਆਦਾ ਹੈ, ਕਿਸੇ ਦੇ ਉੱਤੇ ਥੋੜੀ ਹੈ। ਇਹ ਕਿਉਂ ਹੈ ਇਸ ਤਰ੍ਹਾਂ? ਕਰਮੀ ਕਰਮੀ ਹੁਕਮ ਪਿਆ। ਆ ਬਚਨ, ਤਿਸ ਦਾ ਦੀਆ ਸਭਨੀ ਲਿਆ। ਉਹਦੀਆਂ ਦਾਤਾਂ ਤਾਂ ਸਾਰੇ ਯੂਜ਼ ਕਰਦੇ ਪਏ ਆ, ਪਰ ਨਾਲ ਗੁਰੂ ਨਾਨਕ ਸਾਹਿਬ ਨੇ ਇੱਕ ਗੱਲ ਹੋਰ ਐਡ ਕਰ ਦਿੱਤੀ। ਕਹਿੰਦੇ ਦੇਖੋ, ਇਸ ਜਗਤ ਦੇ ਵਿੱਚ ਦੋ ਤਰ੍ਹਾਂ ਦੇ ਨਾਲ ਦਾਤਾਂ ਇਨਸਾਨ ਨੂੰ ਮਿਲਦੀਆਂ ਨੇ, ਪਰ ਜੇਕਰ ਇੱਕ ਗੁਰੂ ਅਰਜਨ ਸਾਹਿਬ ਦਾ ਨਾਲ ਬਚਨ ਐਡ ਕਰ ਲਈਏ ਨਾ, ਫਿਰ ਤਿੰਨ ਤਰ੍ਹਾਂ ਦੇ ਨਾਲ ਹੋ ਜਾਣਗੀਆਂ। ਸੰਸਕ੍ਰਿਤੀ ਸ਼ਲੋਕਾਂ ਦੇ ਵਿੱਚ ਗੁਰੂ ਅਰਜਨ ਸਾਹਿਬ ਦਾ ਬਚਨ ਆਉਂਦਾ ਜੀ, ਇੱਕ ਬੜਾ ਪਿਆਰਾ। ਕਹਿੰਦੇ ਦਾਨੰ ਪਰਾ ਪੂਰਬੇਣ ਪੁੰਚੰਤੇ ਮਹੀਪਤੇ। ਦਾਨੰ ਪਰਾ ਪੂਰਬੇਣ ਪੁੰਚੰਤੇ ਮਹੀਪਤੇ, ਵਿਪਰੀਤ ਬੁੱਧਿਅੰ ਮਾਰਤ ਲੋਕਾ ਨਾਨਕ ਚਿਰੰਕਾਲ ਦੁਖ ਭੋਗਤੇ। ਗੁਰੂ ਅਰਜਨ ਸਾਹਿਬ। ਦਾਨੰ ਪਰਾ ਪੂਰਬੇਣ, ਇਹਦਾ ਮਤਲਬ ਹੈ, ਦਾਨੰ ਦਾ ਮਤਲਬ ਹੈ ਜੀ ਦਾਨ ਕਰਨਾ। ਪਰਾ ਪੂਰਬੇਣ ਦਾ ਮਤਲਬ ਹੈ ਪਹਿਲੇ ਕਿਸੇ ਜੀਵਨ ਦੇ ਵਿੱਚ, ਜਨਮ ਦੇ ਵਿੱਚ ਜੋ ਦਾਨ ਪੁੰਨ ਕੀਤਾ, ਉਹਦਾ ਫਲ ਕੀ ਮਿਲਿਆ ਹੈ? ਉਹਦਾ ਫਲ ਮਿਲਿਆ ਹੈ ਕਿ ਪੁੰਚੰਤੇ ਮਹੀਪਤੇ,
ਉਹ ਕੀਤੇ ਹੋਏ ਦਾਨ ਪੁੰਨ ਦਾ ਫਲ ਮਿਲਿਆ ਹੈ ਕਿ ਕੋਈ ਇਨਸਾਨ ਰਾਜਾ ਬਣ ਗਿਆ ਹੈ, ਰਾਜਾ ਬਣ ਗਿਆ, ਰਾਜਾ ਬਣ ਕੇ ਸੁੱਖ ਮਾਣਦਾ ਪਿਆ। ਇੱਕ ਇਹ ਹੈ ਜੀ, ਉਹ ਮਾਲਕ ਦਾਤਾਂ ਦਿੰਦਾ ਹੈ ਪਰ ਦੇਖਦਾ ਹੈ ਕਿ ਇਹਨੇ ਕੀਤਾ ਕੀ ਹੈ। ਦੂਜੀ ਗੱਲ ਹੈ ਕਿ ਉਹ ਮਾਲਕ ਐਸੀਆਂ ਉਹਦੀਆਂ ਕੁਝ ਦਾਤਾਂ ਨੇ ਜਿਹੜੀਆਂ ਸਾਰਿਆਂ ਨੂੰ ਇਕੁਅਲ ਮਿਲਦੀਆਂ ਪਈਆਂ ਨੇ। ਜਿਵੇਂ ਮੈਂ ਬੇਨਤੀ ਕੀਤੀ ਕਿ ਰੌਸ਼ਨੀ ਸੂਰਜ ਦੀ ਸਾਰਿਆਂ ਨੂੰ ਮਿਲ ਰਹੀ ਹੈ, ਸਰੀਰ ਸਾਰਿਆਂ ਨੂੰ ਰੱਬ ਨੇ ਦਿੱਤਾ ਹੋਇਆ ਹੈ, ਹਵਾ ਸਾਰਿਆਂ ਨੂੰ ਮਿਲਦੀ ਪਈ ਹੈ, ਅੱਖਾਂ, ਨੱਕ, ਕੰਨ, ਹੱਥ, ਪੈਰ, ਮੂੰਹ ਸਾਰਿਆਂ ਨੂੰ ਦਿੱਤਾ ਹੋਇਆ ਹੈ ਮਾਲਕ ਨੇ। ਇਹ ਸਾਰਿਆਂ ਨੂੰ ਇਕੁਅਲ ਮਿਲਦੀਆਂ ਨੇ। ਹਾਂ, ਕਿਸੇ ਦੇ ਸਰੀਰ ਦੇ ਵਿੱਚ ਕੋਈ ਕਮੀ ਰਹਿ ਗਈ, ਕਿਸੇ ਨੂੰ ਮਾਲਕ ਨੇ ਨਜ਼ਰ ਨਹੀਂ ਦਿੱਤੀ ਜਾਂ ਕੰਨਾਂ ਦੀ ਸਰੋਤ ਨਹੀਂ ਦਿੱਤੀ ਜਾਂ ਕੋਈ ਹੱਥ ਨਹੀਂ ਦਿੱਤਾ ਜਾਂ ਪੈਰ ਨਹੀਂ ਦਿੱਤਾ, ਉਹ ਅਲੱਗ ਗੱਲ ਹੈ। ਪਰ ਵੈਸੇ ਇਕੁਅਲੀ ਇਹ ਸਾਰੀਆਂ ਦਾਤਾਂ ਪ੍ਰਮਾਤਮਾ ਵੱਲੋਂ ਦਿੱਤੀਆਂ ਜਾਂਦੀਆਂ ਨੇ। ਤੇ ਜਿਹੜੀ ਦੂਜੀ ਗੱਲ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਇੱਥੇ ਕਹੀ ਹੈ ਨਾ, ਕਰਮੀ ਕਰਮੀ ਹੁਕਮ ਪਿਆ। ਮੈਂ ਆਣ ਕੇ ਬੇਨਤੀ ਕੀਤੀ, ਮਾਲਕ ਜੀ ਮੈਨੂੰ ਇਹ ਦਾਤ ਚਾਹੀਦੀ ਹੈ, ਨਹੀਂ ਮਿਲੀ। ਕਿਉਂ ਨਹੀਂ ਮਿਲੀ? ਜਾਂ ਤੁਹਾਡੇ ਨਾਲ ਵੀ ਕਦੇ ਏਦਾਂ ਹੁੰਦਾ ਹੋਏਗਾ, ਤੁਸੀਂ ਕਿਸੇ ਨੂੰ ਕਿਹਾ ਵੀ ਹੋਏਗਾ ਮੈਂ ਇਹ ਬੇਨਤੀ, ਇਹ ਅਰਦਾਸ ਕੀਤੀ ਸੀ ਦਰ ਤੇ, ਪਰ ਪੂਰੀ ਨਹੀਂ ਹੋਈ। ਕਿਉਂ ਨਹੀਂ ਹੋਈ? ਕਦੇ ਸੋਚਿਆ ਕਿਉਂ ਨਹੀਂ ਹੋਈ? ਉਹਦੇ ਦੋ ਰੀਜ਼ਨ ਹੋ ਸਕਦੇ ਨੇ, ਦੋ ਰੀਜ਼ਨ ਹੋ ਸਕਦੇ ਨੇ। ਇੱਕ ਰੀਜ਼ਨ ਤਾਂ ਇਹ ਹੋ ਸਕਦਾ ਹੈ ਕਿ ਮਾਲਕ ਬੜਾ ਸਿਆਣਾ ਹੈ, ਪ੍ਰਮਾਤਮਾ ਜਿਹਦੇ ਅੱਗੇ ਆਪਾਂ ਅਰਦਾਸ ਕਰਦੇ ਪਏ ਆ, ਉਹ ਬੜਾ ਸਿਆਣਾ ਹੈ। ਉਸ ਨੂੰ ਪਤਾ ਹੈ ਕਿ ਮੇਰੇ ਇਸ ਬੱਚੇ ਵਾਸਤੇ ਠੀਕ ਕੀ ਹੈ ਤੇ ਗਲਤ ਕੀ ਹੈ। ਇਹਨੂੰ ਆਪਾਂ ਸੌਖਾ ਸਮਝਣ ਵਾਸਤੇ ਇੱਕ ਐਗਜ਼ਾਮਪਲ ਯੂਜ਼ ਕਰ ਲਈਏ। ਸਪੋਜ਼ ਕਰ ਲਓ ਤੁਹਾਡੇ ਨਾਲ ਤੁਹਾਡਾ ਬੱਚਾ ਬਾਜ਼ਾਰ ਜਾਂਦਾ ਹੈ, ਮਾਰਕੀਟ ਜਾਂਦਾ ਹੈ, ਦੁਕਾਨਾਂ ਦੇ ਕੋਲੋਂ ਲੰਘਦਿਆਂ ਹੋਇਆਂ ਇੱਕ ਜਦੋਂ ਖਿਡੌਣਿਆਂ ਦੀ, ਟੌਇਸ ਦੀ ਸ਼ਾਪ ਦੇ ਕੋਲੋਂ ਲੰਘਣ ਲੱਗੇ ਤੇ ਉੱਥੇ ਖਿਡੌਣੇ ਦੇ ਉੱਤੇ ਨਜ਼ਰ ਪੈਂਦੀ ਹੈ ਬੱਚੇ ਦੀ। ਉਹ ਜਿੱਦ ਕਰਦਾ ਕਿ ਮੈਂ ਇਹ ਲੈਣਾ। ਤੁਸੀਂ ਬੱਚੇ ਨੂੰ ਲੈ ਕੇ ਸ਼ਾਪ ਦੇ ਅੰਦਰ ਜਾਂਦੇ ਹੋ, ਸ਼ਾਪਕੀਪਰ ਨੂੰ ਪੁੱਛਦੇ ਹੋ ਉਹ ਉਸ ਖਿਡੌਣੇ ਬਾਰੇ ਜਿਹੜਾ ਉਹਨੂੰ ਪਸੰਦ ਆਇਆ ਹੈ, ਪਰ ਉਸ ਖਿਡੌਣੇ ਦੇ ਉੱਤੇ ਏਜ ਲਿਮਿਟ ਲਿਖੀ ਹੋਈ ਹੈ ਕਿ ਇਹ ਖਿਡੌਣਾ ਜਿਹੜਾ ਨਾ ਇਹ 3 ਸਾਲ ਤੋਂ ਜਿਹੜੇ ਵੱਡੀ ਉਮਰ ਦੇ ਬੱਚੇ ਨੇ ਉਹਨਾਂ ਵਾਸਤੇ ਨੇ, ਜਿਹੜੇ ਅੰਡਰ 3 ਈਅਰ ਨੇ ਉਹਨਾਂ ਵਾਸਤੇ ਨਹੀਂ। ਪਰ ਤੁਹਾਡਾ ਬੱਚਾ ਜਿਹੜਾ ਅੰਡਰ 3 ਈਅਰ ਉਹਦੇ ਉੱਤੇ ਸਪਸ਼ਟ ਲਿਖਿਆ ਪਿਆ, ਤੁਸੀਂ ਪੜ੍ਹ ਲਿਆ। ਹੁਣ ਸਿਆਣਾ ਮਾਂ ਪਿਓ ਕੀ ਕਰੇਗਾ ਕਿ ਉਹ ਖਿਡੌਣਾ ਆਪਣੇ ਬੱਚੇ ਨੂੰ ਲੈ ਕੇ ਨਹੀਂ ਦੇਗਾ। ਕਿਉਂ ਨਹੀਂ ਦੇਗਾ? ਕਿਉਂਕਿ ਉਹਨੂੰ ਪਤਾ ਹੈ ਕਿ ਜੇ ਇਹਦੇ ਉੱਤੇ ਲਿਖਿਆ ਹੋਇਆ ਹੈ ਤੇ ਜ਼ਰੂਰ ਇਹ ਖਿਡੌਣਾ ਮੇਰੇ ਬੱਚੇ ਦਾ ਨੁਕਸਾਨ ਕਰ ਸਕਦਾ ਹੈ, ਕਿਉਂਕਿ ਅੰਡਰ 3 ਈਅਰ ਹੈ। ਇਸ ਕਰਕੇ ਤੁਸੀਂ ਨਹੀਂ ਲੈ ਕੇ ਦਿਓਗੇ, ਟਾਲ ਦਿਓਗੇ, ਕੋਈ ਹੋਰ ਲੈ ਦਿਓਗੇ। ਮਾਲਕ ਨੂੰ ਪਤਾ ਹੈ, ਪਰਮਾਤਮਾ ਨੂੰ ਪਤਾ ਹੈ ਕਿ ਸਾਡੇ ਭਲੇ ਵਾਸਤੇ ਕੀ ਹੈ ਤੇ ਕੀ ਨਹੀਂ ਹੈ। ਜਿਹੜੀ ਚੀਜ਼ ਤੇ ਸਾਡੇ ਭਲੇ ਵਾਸਤੇ ਉਹ ਪਰਮਾਤਮਾ ਸਾਡੀ ਝੋਲੀ 'ਚ ਆਪਣੇ ਆਪ ਹੀ ਪਾ ਦਿੰਦਾ ਹੈ, ਮੰਗਣ ਦੀ ਜ਼ਰੂਰਤ ਵੀ ਨਹੀਂ ਰਹਿੰਦੀ। ਪਰ ਕੁਝ ਐਸੀਆਂ ਮੰਗਾਂ ਜਿਹੜੀਆਂ ਉਹਨੂੰ ਲੱਗਦੀਆਂ ਨੇ ਕਿ ਇਹਦੇ ਵਾਸਤੇ ਠੀਕ ਨਹੀਂ, ਉਹ ਫਿਰ ਉਹਨਾਂ ਮੰਗਾਂ ਨੂੰ ਡਿਲੇ ਕਰਦਾ ਹੈ, ਡਿਲੇ ਕਰਦਾ ਹੈ। ਬੱਚਾ ਜਦੋਂ 4 ਸਾਲ ਦਾ ਹੋਏਗਾ ਤੁਸੀਂ ਖਿਡੌਣਾ ਆਪਣੇ ਆਪ ਹੀ ਇਹਨੂੰ ਲੈ ਦਿਓਗੇ। ਉਹ ਪ੍ਰਮਾਤਮਾ ਫਿਰ ਡਿਲੇ ਕਰਦਾ। ਜਦੋਂ ਸਮਾਂ ਸਹੀ ਆਉਂਦਾ ਹੈ ਨਾ, ਉਸ ਸਮੇਂ ਤੇ ਫਿਰ ਉਹ ਦਾਤ ਸਾਡੀ ਝੋਲੀ ਦੇ ਵਿੱਚ ਪੈ ਜਾਂਦੀ ਹੈ। ਇੱਕ ਇਹ ਰੀਜ਼ਨ ਹੈ। ਦੂਜਾ ਰੀਜ਼ਨ ਕੀ ਹੈ ਕਿ ਉਹ ਮਾਲਕ ਦੇਖਦਾ ਹੈ ਕਿ ਇਸ ਇਨਸਾਨ ਦੇ ਕਰਮ ਕੈਸੇ ਨੇ, ਇਹਨੇ ਕੀਤਾ ਕੀ ਹੈ। ਕਦੇ ਇਹਨੇ ਕੋਈ ਪੁੰਨ ਦਾ ਕਰਮ ਵੀ ਕੀਤਾ ਹੈ ਜਾਂ ਨਹੀਂ ਕੀਤਾ, ਇਹਨੇ ਚੰਗਾ ਕੰਮ ਕੋਈ ਕੀਤਾ ਹੈ ਕਿ ਨਹੀਂ ਕੀਤਾ। ਉਹ ਕਰਮਾਂ ਦੇ ਉੱਤੇ ਵੀ ਬੜਾ ਡਿਪੈਂਡ ਕਰਦਾ ਹੈ ਸਾਧ ਸੰਗਤ। ਕਰਮਾਂ ਦੇ ਕਰਕੇ ਉਸ ਮਾਲਕ ਦੇ ਕੋਲੋਂ ਦਾਤ ਮੈਨੂੰ ਨਸੀਬ ਹੋਣੀ ਹੈ, ਉਹਦੇ ਕੋਲੋਂ ਮੈਨੂੰ ਦਾਤ ਮਿਲਣੀ ਹੈ, ਮੇਰੇ ਕਰਮਾਂ ਦੇ ਉੱਤੇ ਵੀ ਡਿਪੈਂਡ ਕਰਦਾ ਹੈ। ਮੈਂ ਕਿਸੇ ਦਾ ਦਿਲ ਤੇ ਨਹੀਂ ਦੁਖਾਇਆ, ਮੈਂ ਕਿਸੇ ਨੂੰ ਨੁਕਸਾਨ ਤਾਂ ਨਹੀਂ ਪਹੁੰਚਾਇਆ, ਜਾਂ ਕਿਸੇ ਦੇ ਬਾਰੇ ਆਪਣੇ ਮਨ ਦੇ ਵਿੱਚ ਮਾੜਾ ਤਾਂ ਨਹੀਂ ਸੋਚਿਆ। ਜੇ ਐਸਾ ਕੁਝ ਹੈ ਤੇ ਜਿਹੜੀ ਮੰਗ ਮੈਂ ਮੰਗਦਾ ਪਿਆ ਨਾ ਦਰ ਤੋਂ, ਹੋ ਸਕਦਾ ਮੈਨੂੰ ਨਾ ਮਿਲੇ, ਕਿਉਂਕਿ ਕਰਮੀ ਕਰਮੀ ਹੁਕਮ ਪਿਆ। ਕਰਮਾਂ ਦੇ ਆਧਾਰ ਤੇ ਉਸ ਮਾਲਕ ਦਾ ਹੁਕਮ ਚੱਲਦਾ ਹੈ। ਸੋ ਗੁਰੂ ਨਾਨਕ ਸਾਹਿਬ ਇਹ ਸਾਨੂੰ ਗੱਲ ਸਮਝਾਉਂਦੇ ਪਏ ਨੇ, ਕਹਿੰਦੇ ਭਲਿਓ ਦੇਖੋ ਉਸ ਮਾਲਕ ਦੀਆਂ ਦਾਤਾਂ ਹਰ ਸਮੇਂ ਵੰਡੀਆਂ ਜਾ ਰਹੀਆਂ ਨੇ। ਜਪਜੀ ਸਾਹਿਬ ਆਪਾਂ ਪੜ੍ਹਦੇ ਹਾਂ ਜੀ, ਤੇ ਜਪਜੀ ਸਾਹਿਬ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਜੀ, ਵੈਸੇ ਧਿਆਨ ਦੇ ਨਾਲ ਪੜ੍ਹੀਏ ਨਾ ਜਪਜੀ ਸਾਹਿਬ ਨੂੰ, ਤੇ ਮੈਂ ਕਹਿੰਦਾ ਜੀ ਇੰਨਾ ਕੁਝ ਤੁਹਾਨੂੰ ਜਪਜੀ ਸਾਹਿਬ ਦੇ ਵਿੱਚੋਂ ਮਿਲੇਗਾ ਜਿਹੜਾ ਤੁਸੀਂ ਕਦੇ ਸੋਚਿਆ ਬਣਾਓਗੇ। ਧਿਆਨ ਦੇ ਨਾਲ ਪੜ੍ਹੀਏ ਸਹੀ। ਬਸ ਜਪਜੀ ਸਾਹਿਬ ਜੀ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ, ਕਹਿੰਦੇ ਇਹ ਇਨਸਾਨ ਹੈ ਨਾ ਜਿਹੜਾ ਮੰਗਤਾ ਹੈ, ਇਹ ਮੰਗਤਾ ਹੈ, ਹਰ ਸਮੇਂ ਮੰਗਦਾ ਹੈ, ਇਹਦੀ ਮੰਗ ਚੱਲਦੀ ਰਹਿੰਦੀ ਹੈ, ਇਹਦੇ ਅੰਦਰੋਂ ਮੰਗਾਂ ਨਹੀਂ ਖਤਮ ਹੁੰਦੀਆਂ, ਮੰਗੀ ਜਾਂਦਾ ਹੈ। ਤੇ ਮੰਗਦਾ ਕਿਹਦੇ ਕੋਲੋਂ ਆ? ਮਾਲਕ ਦੇ ਕੋਲੋਂ।
ਤੇ ਮਾਲਕ ਇਤਨਾ ਦਿਆਲੂ ਹੈ ਕਿ ਦੇਂਦਾ ਦੇ ਉਹ ਦਾਤਾਂ ਦਈ ਜਾ ਰਹੇ। ਇਹ ਮੰਗੀ ਜਾ ਰਹੇ ਨੇ ਲੋਕ, ਉਹ ਦਾਤਾਂ ਦਈ ਜਾ ਰਹੇ ਆ। ਲੈਂਦੇ ਥੱਕ ਪਾਹੇ, ਲੈਣ ਵਾਲੇ ਥੱਕ ਜਾਂਦੇ ਨੇ, ਉਹ ਦੇਣ ਲੱਗਾ ਦਾਤਾਂ ਨਹੀਂ ਥੱਕਦਾ। ਆਖੈ ਮੰਗੈ ਦੇ ਦੇ ਦਾਤ ਕਰੇ ਦਾਤਾਰ। ਅਸੀਂ ਮੰਗਦੇ ਆ, ਆਖਦੇ ਆ ਮੈਨੂੰ ਆਹ ਵੀ ਚਾਹੀਦਾ, ਮੈਨੂੰ ਇਹ ਵੀ ਚਾਹੀਦਾ, ਮਾਲਕ ਦਈ ਜਾ ਰਿਹਾ ਜੀ, ਦਾਤਾਂ ਦਈ ਜਾ ਰਿਹਾ, ਨਿਰੰਤਰ ਦਈ ਜਾ ਰਿਹਾ। ਤੇ ਸਾਧ ਸੰਗਤ ਜੀ, ਉਹ ਦਾਤਾਂ ਦਈ ਜਾ ਰਿਹਾ ਹੈ ਨਾ, ਤੇ ਫਿਰ ਸਾਡਾ ਵੀ ਫਰਜ਼ ਬਣਦਾ ਨਾ ਕਿ ਨਾ ਉਹਨੂੰ ਆਪਾਂ ਕੁਝ ਦਈਏ। ਕੀ ਦਵਾਂਗੇ, ਕੀ ਦੇ ਸਕਦੇ ਹਾਂ? ਸਾਡੀ ਕੋਈ ਔਕਾਤ ਹੈ ਕਿ ਉਸ ਨੂੰ ਕੁਝ ਦੇ ਸਕੀਏ? ਨਹੀਂ। ਗੁਰੂ ਸਾਹਿਬ ਦਾ ਬਚਨ ਆਪਾਂ ਪੜ੍ਹਦੇ ਹਾਂ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ। ਪਤਾ ਕੀ ਕਹਿੰਦੇ? ਕਹਿੰਦੇ ਤੇਰਾ ਤੇਰੋ ਕੀਆ ਤੁਝੇ ਕਿਆ ਅਰਪਾਂ। ਜਿਹੜੀ ਦਾਤ ਤੂੰ ਮੰਨ ਲਓ, ਤੁਸੀਂ ਇੱਕ ਕੋਈ ਲੋੜਵੰਦ, ਮੈਂ ਵਰਡ ਯੂਜ਼ ਕਰ ਲਵਾਂ ਜੀ, ਭਿਖਾਰੀ ਕੋਈ ਤੁਹਾਡੇ ਕੋਲ ਆਇਆ, ਤੁਸੀਂ ਉਸ ਨੂੰ $10 ਦਿੱਤੇ, ਤੁਸੀਂ ਉਸ ਨੂੰ $10 ਦਿੱਤੇ, ਉਹਨਾਂ 10 ਦੇ ਵਿੱਚੋਂ $9 ਆਪਣੇ ਕੋਲ ਰੱਖ ਕੇ $1 ਤੁਹਾਨੂੰ ਵਾਪਸ ਕਰ ਦੇਵੇ ਵੀ ਲਓ ਤੁਸੀਂ ਮੈਨੂੰ 10 ਦਾਨ ਕੀਤੇ, ਇੱਕ ਮੇਰੇ ਵੱਲੋਂ ਤੁਹਾਨੂੰ ਦਾਨ। ਤੁਹਾਨੂੰ ਕਿਵੇਂ ਦਾ ਮਹਿਸੂਸ ਹੋਏਗਾ? ਤੁਹਾਨੂੰ ਕਿਵੇਂ ਦਾ ਮਹਿਸੂਸ ਹੋਏਗਾ? ਮੈਨੂੰ ਦਾਤਾਂ ਮਾਲਕ ਨੇ ਦਿੱਤੀਆਂ, ਤੇ ਉਹ ਦਾਤਾਂ ਪ੍ਰਾਪਤ ਕਰਕੇ ਤੇ ਮੈਨੂੰ ਲੱਗਿਆ ਜੀ ਮੈਂ ਬੜਾ ਵੱਡਾ ਹੋ ਗਿਆ, ਤੇ ਮੈਂ ਆਪਣੀ ਕਮਾਈ ਦੇ ਵਿੱਚੋਂ ਕੁਝ, ਕੀਵਰਡ ਯੂਜ਼ ਕਰਦੇ ਜੀ, ਦਾਨ ਕਰਨਾ ਹੈ। ਮੇਰੀ ਕਿੱਥੇ ਇੰਨੀ ਔਕਾਤ ਕਿ ਮੈਂ ਕੁਝ ਦਾਨ ਕਰ ਸਕਾਂ? ਮੇਰੀ ਕਿੱਥੇ ਔਕਾਤ ਹੈ ਇੰਨੀ? ਕਹਿੰਦੇ ਇੱਕ ਨਾ ਕਿਸੇ ਪਿੰਡ ਵਾਲਿਆਂ ਨੇ ਨਾ ਮਿਲ ਕੇ ਇੱਕ ਮੰਦਿਰ ਤਿਆਰ ਕੀਤਾ ਜੀ, ਬੜਾ ਖੂਬਸੂਰਤ ਮੂਰਤੀ ਸਥਾਪਨ ਕਰ ਦਿੱਤੀ, ਤੇ ਹੁਣ ਉਦਘਾਟਨ ਕਰਨਾ ਹੈ ਜੀ ਮੰਦਿਰ ਦਾ। ਧਿਆਨ ਦਿਓ, ਮੰਦਿਰ ਦਾ ਉਦਘਾਟਨ ਕਰਨਾ ਹੈ, ਤੇ ਪਿੰਡ ਦੇ ਲੋਕਾਂ ਨੇ ਸੋਚਿਆ ਕਿ ਕਿਸੇ ਨਾ ਜਿਹੜਾ ਪ੍ਰਮਾਤਮਾ ਦਾ ਕੋਈ ਭਗਤ ਹੋਵੇ, ਜੁੜਿਆ ਹੋਇਆ ਹੋਵੇ ਨਾ, ਉਹਦੇ ਕੋਲੋਂ ਆਪਾਂ ਉਦਘਾਟਨ ਕਰਵਾਈਏ। ਵੈਸੇ ਨਾਰਮਲੀ ਕੀ ਹੁੰਦਾ ਹੈ, ਕੋਈ ਤੁਸੀਂ ਸ਼ੋਰੂਮ ਓਪਨ ਕੀਤਾ ਤੇ ਕੋਈ ਸੈਲੀਬ੍ਰਿਟੀ ਨੂੰ ਆਪਾਂ ਬੁਲਾਉਂਦੇ ਆ, ਹਨਾ ਜੀ, ਉਦਘਾਟਨ ਕਰਨ ਵਾਸਤੇ। ਉਹਨਾਂ ਸੋਚਿਆ ਕਿ ਮੰਦਿਰ ਦਾ ਕੰਮ ਹੈ, ਤੇ ਕਿਉਂ ਨਾ ਕੋਈ ਰੱਬ ਦੇ ਪਿਆਰੇ ਨੂੰ, ਪ੍ਰਮਾਤਮਾ ਦਾ ਜਿਹੜਾ ਸੇਵਕ ਬੰਦਗੀ ਕਰਨ ਵਾਲਾ, ਉਹਨੂੰ ਆਪਾਂ ਬੁਲਾਈਏ, ਉਹਦੇ ਕੋਲੋਂ ਉਦਘਾਟਨ ਕਰਵਾਉਂਦੇ ਆ। ਤੇ ਉਹਨਾਂ ਦੇ ਪਿੰਡ ਦੇ ਵਿੱਚ ਨਾ ਇੱਕ ਸਾਧੂ ਮਹਾਤਮਾ ਰਹਿੰਦਾ ਸੀ, ਉਹਦੇ ਕੋਲ ਗਏ। ਕਹਿੰਦੇ ਜੀ ਮੰਦਿਰ ਬਣਿਆ ਹੈ, ਮੂਰਤੀ ਸਥਾਪਨ ਹੋ ਗਈ ਹੈ, ਅਸੀਂ ਚਾਹੁੰਦੇ ਆ ਕਿ ਤੁਸੀਂ ਆਣ ਕੇ ਤੇ ਉਹਦਾ ਉਦਘਾਟਨ ਕਰੋ। ਜ਼ਰੂਰ ਆਵਾਂਗਾ ਜੀ। ਤੇ ਆਰਤੀ ਦਾ ਜਿਹੜਾ ਪਹਿਲੀ ਆਰਤੀ ਹੈ ਨਾ, ਉਹ ਤੁਸੀਂ ਆਪਣੇ ਹੱਥਾਂ ਦੇ ਨਾਲ ਕਰਨੀ ਹੈ, ਤੇ ਫੁੱਲ ਤੁਸੀਂ ਆਪ ਹੀ ਲੈ ਕੇ ਆਣੇ ਨੇ। ਅਸੀਂ ਵੀ ਤੁਹਾਨੂੰ ਦੇ ਸਕਦੇ ਹਾਂ, ਪਰ ਤੁਸੀਂ ਆਪ ਹੀ ਫੁੱਲ ਲੈ ਕੇ ਆਣੇ ਨੇ। ਤੇ ਉਹ ਸਾਧੂ ਜੀ ਨੇ ਅੱਗੋਂ ਕਿਹਾ, ਕਹਿੰਦਾ ਜੇ ਮੈਂ ਫੁੱਲ ਨਾ ਲਿਆਵਾਂ ਤੇ ਕੋਈ ਹੋਰ ਚੀਜ਼ ਲੈ ਆਵਾਂ, ਚੱਲੇਗਾ? ਤੁਹਾਡੀ ਮਰਜ਼ੀ ਹੈ ਜੀ। ਜੇ ਫੁੱਲ ਨਹੀਂ ਲਿਆਉਣੇ, ਜੋ ਕੁਛ ਤੁਸੀਂ ਲਿਆਉਣਾ ਚਾਹੋ ਲਿਆ ਸਕਦੇ ਹੋ, ਜੋ ਚਾਹੋ ਲਿਆ ਸਕਦੇ ਹੋ। ਉਹ ਦਿਨ ਆ ਗਿਆ ਜੀ ਜਿਸ ਦਿਨ ਉਦਘਾਟਨ ਕਰਨਾ ਸੀ। ਉਹ ਪੰਡਿਤ ਜੀ, ਮਹਾਤਮਾ ਜੀ ਆਏ ਉਦਘਾਟਨ ਕਰਨ ਵਾਸਤੇ। ਪਹਿਲੀ ਆਰਤੀ ਕਰਨੀ ਸੀ ਉਹਨਾਂ ਨੇ, ਤੇ ਅਰਪਣ ਕਰਨਾ ਸੀ ਨਾ ਕੁਝ ਮੂਰਤੀ ਦੇ ਅੱਗੇ। ਤੇ ਉਹਨਾਂ ਨੇ ਬੈਗ ਆਪਣਾ ਨਾ ਸਾਰੇ ਦਾ ਸਾਰਾ ਮੂਰਤੀ ਦੇ ਅੱਗੇ ਖਾਲੀ ਕਰ ਦਿੱਤਾ। ਤੇ ਉਹਦੇ ਵਿੱਚ ਕੀ ਸੀ? ਕੋਈ ਫੁੱਲ ਨਹੀਂ, ਕੋਈ ਕੀਮਤੀ ਚੀਜ਼ ਨਹੀਂ। ਉਹਦੇ ਵਿੱਚ ਸੀ ਜੀ ਪੱਥਰ, ਸਟੋਨਸ, ਕੰਕਰ, ਕੰਡੇ, ਥੌਰਨਸ, ਉਹ ਸਭ ਕੁਝ ਉਹਨੇ ਅੱਗੇ ਖਾਲੀ ਕਰ ਦਿੱਤਾ ਜੀ ਆਪਣਾ ਬੈਗ, ਜਿਹਦੇ ਵਿੱਚ ਉਹ ਭਰ ਕੇ ਲਿਆਇਆ ਸੀ। ਪਿੰਡ ਦੇ ਸਾਰੇ ਹੀ ਲੋਕ ਬੜੇ ਹੈਰਾਨ, ਕਹਿੰਦੇ ਕਮਾਲ ਹੈ, ਭਗਵਾਨ ਦੀ ਆਰਤੀ ਕਰਨੀ ਹੈ, ਮੂਰਤੀ ਦੇ ਅੱਗੇ ਜਿਹੜੀ ਪਹਿਲੀ ਵਸਤੂ ਭੇਟਾ ਕਰਨੀ ਹੈ ਉਹ ਚੰਗੀ ਹੋਣੀ ਚਾਹੀਦੀ ਹੈ, ਫੁੱਲ ਹੋਣੇ ਚਾਹੀਦੇ ਸੀ। ਮਹਾਤਮਾ ਨੂੰ ਕਿਹਾ ਫੁੱਲ ਤੁਸੀਂ ਲੈ ਕੇ ਆਂਦੇ? ਕਹਿੰਦੇ ਮੈਂ ਲੈਣ ਗਿਆ ਸੀ, ਫੁੱਲ ਤੋੜਨ ਗਿਆ ਸੀ, ਪਰ ਜਦੋਂ ਮੈਂ ਫੁੱਲ ਨੂੰ ਦੇਖਿਆ ਨਾ, ਤੋੜਨ ਲੱਗਾ, ਤੇ ਮੈਨੂੰ ਅਹਿਸਾਸ ਹੋਇਆ ਕਿ ਇਹ ਫੁੱਲ ਉਸ ਮਾਲਕ ਦਾ ਖਿੜਾਇਆ ਹੋਇਆ ਹੈ। ਇਹ ਫੁੱਲ ਨੂੰ ਜਿਹੜਾ ਸੁਹੱਪਣ ਖੂਬਸੂਰਤੀ ਮਿਲੀ ਹੈ ਨਾ, ਉਸ ਮਾਲਕ ਨੇ ਹੀ ਦਿੱਤੀ ਹੋਈ ਹੈ, ਤੇ ਮੈਂ ਉਸ ਮਾਲਕ ਦੀ ਦਿੱਤੀ ਹੋਈ ਖੂਬਸੂਰਤੀ ਨੂੰ ਤੋੜਾਂ, ਉਹ ਮੁਰਝਾ ਜਾਏਗਾ। ਤੇ ਉਹ ਤੋੜਨ ਤੋਂ ਬਾਅਦ ਮੈਂ ਉਹਦੇ ਚਰਨਾਂ ਦੇ ਵਿੱਚ ਲਿਆ ਕੇ ਰੱਖ ਦਵਾਂ। ਤੁਸੀਂ ਆਪ ਸੋਚੋ ਕਿ ਇੱਕ ਫੁੱਲ ਨੂੰ ਪ੍ਰਮਾਤਮਾ ਨੇ ਬੜੀ ਖੂਬਸੂਰਤੀ ਦਿੱਤੀ ਹੈ, ਉਹਦੀ ਖੂਬਸੂਰਤੀ ਨੂੰ ਮੈਂ ਖਤਮ ਕਰਕੇ ਮਾਲਕ ਦੇ ਚਰਨਾਂ 'ਚ ਲਿਆ ਕੇ ਰੱਖਾਂ, ਉਹ ਖੁਸ਼ ਹੋਵੇਗਾ ਕਿ ਨਾਰਾਜ਼ ਹੋਏਗਾ? ਸੋਚਿਆ, ਕਹਿੰਦੇ ਨਾਰਾਜ਼ ਹੀ ਹੋਏਗਾ। ਕਹਿੰਦੇ ਕੋਈ ਹੋਰ ਚੀਜ਼ ਲੈ ਆਉਂਦੇ? ਕਹਿੰਦੇ ਮੈਂ ਸਾਰਾ ਕੁਝ ਵਿਚਾਰ ਕੇ ਦੇਖਿਆ ਕਿ ਇਹ ਸਾਰੀਆਂ ਦਾਤਾਂ ਤੇ ਮਾਲਕ ਨੇ ਦਿੱਤੀਆਂ ਨੇ, ਤੇ ਜੇ ਮੈਂ ਕੁਝ ਭੇਟਾ ਕਰਨਾ ਹੈ ਮਾਲਕ ਨੂੰ, ਤੇ ਫਿਰ ਕੁਝ ਤੇ ਮੇਰਾ ਆਪਣਾ ਹੋਣਾ ਚਾਹੀਦਾ ਨਾ। ਮੈਂ ਉਹ ਭੇਟਾ ਕਰਾਂ ਜਿਹੜਾ ਮੇਰਾ ਕੁਝ ਆਪਣਾ ਹੈ। ਉਹਦੀ ਦਿੱਤੀ ਹੋਈ ਦਾਤ ਉਸ ਨੂੰ ਦੇਣ ਦਾ ਕੀ ਫਾਇਦਾ ਹੈ? ਉਹਨੂੰ ਕਮੀ ਥੋੜੀ ਨਾ ਕੋਈ, ਉਹਦੇ ਕੋਲੋਂ ਹੀ ਤਾਂ ਮਿਲੀ ਹੈ, ਤੇ ਫਿਰ ਕੀ ਭੇਟਾ ਕਰਾਂ? ਮੈਂ ਬੜੀ ਵਿਚਾਰ ਕੀਤੀ, ਤੇ ਵਿਚਾਰਨ ਤੋਂ ਬਾਅਦ ਮੈਨੂੰ ਇਹ ਅਹਿਸਾਸ ਹੋਇਆ ਕਿ ਮੇਰੇ ਅੰਦਰ ਭੁੱਲਾਂ ਬੜੀਆਂ ਨੇ,
ਗਲਤੀਆਂ ਬੜੀਆਂ ਕੀਤੀਆਂ ਨੇ ਮੈਂ, ਇਹ ਗਲਤੀਆਂ ਇਹ ਭੁੱਲਾਂ ਸਾਰੀਆਂ ਹੀ ਮੇਰੀਆਂ ਨੇ, ਉਹਦੀਆਂ ਨਹੀਂ ਹੈ। ਇਹ ਭੁੱਲਾਂ ਗਲਤੀਆਂ ਸਾਰੀਆਂ ਹੀ ਮੇਰੀਆਂ ਨੇ। ਉਹ ਐਸੀਆਂ ਗਲਤੀਆਂ ਮਿਸਟੇਕਸ ਨੇ ਜਿਨ੍ਹਾਂ ਦੇ ਕਰਕੇ ਲੋਕਾਂ ਨੂੰ ਬੜਾ ਦੁੱਖ ਮਹਿਸੂਸ ਹੋਇਆ ਹੈ। ਕੰਡੇ ਵਾਂਗ ਮੇਰੇ ਬੋਲੇ ਹੋਏ ਲਫ਼ਜ਼ ਕਈਆਂ ਨੂੰ ਚੁਭੇ ਨੇ, ਦੁੱਖ ਦਿੱਤਾ ਹੈ ਮੇਰੇ ਲਫ਼ਜ਼ਾਂ ਨੇ ਕਈਆਂ ਨੂੰ। ਤੇ ਮੈਂ ਸੋਚਦਾ ਫਿਰ ਇਹ ਭੁੱਲਾਂ ਗਲਤੀਆਂ ਹੀ ਉਹਨੂੰ ਭੇਟਾ ਕਰ ਦੇਵਾਂ, ਕਿਉਂਕਿ ਉਹ ਮਾਲਕ ਐਸਾ ਹੈ, ਜਦੋਂ ਵੀ ਉਹਨੂੰ ਕੁਝ ਦੇਵਾਂਗੇ ਨਾ ਉਹਨੇ ਸਾਨੂੰ ਵਾਪਸ ਕੁਛ ਨਾ ਕੁਛ ਦੇਣਾ ਹੀ ਹੈ। ਤੇ ਜੋ ਦਾਤ ਉਹਨੇ ਦੇਣੀ ਹੈ ਉਹਨੇ ਚੰਗੀ ਹੀ ਦੇਣੀ ਹੈ, ਮਾੜੀ ਕੋਈ ਦਾਤ ਉਹਨੇ ਸਾਨੂੰ ਨਹੀਂ ਦੇਣੀ। ਇੰਨੀ ਕੁ ਗੱਲ ਹੈ ਸਾਧ ਸੰਗਤ। ਕਰਮੀ ਕਰਮੀ ਹੁਕਮ ਪਿਆ। ਜੇ ਮੈਂ ਚਾਹੁੰਦਾ ਨਾ ਕਿ ਮੇਰੀ ਮੰਗ ਪੂਰੀ ਹੋਵੇ ਤੇ ਸਤਿਗੁਰੂ ਜੀ ਕਹਿੰਦੇ ਫਿਰ ਤੂੰ ਆਪਣੇ ਅੰਦਰੋਂ ਨਾ ਗਲਤੀਆਂ ਨੂੰ ਦੂਰ ਕਰ ਦੇ, ਆਪਣੀਆਂ ਭੁੱਲਾਂ ਨੂੰ ਗੁਰੂ ਚਰਨਾਂ ਦੇ ਵਿੱਚ ਲਿਆ ਕੇ ਰੱਖ ਦੇ। ਇਹ ਦਰ ਪਤਾ ਕੈਸਾ ਹੈ ਜੀ? ਭਾਈ ਗੁਰਦਾਸ ਜੀ ਕਹਿੰਦੇ ਅਵਗੁਣ ਲੈ ਗੁਣ ਵਿਕਣ। ਗੁਰੂ ਸਾਡੇ ਕੋਲੋਂ ਅਵਗੁਣ ਲੈ ਲੈਂਦਾ ਹੈ ਤੇ ਗੁਣ ਸਾਨੂੰ ਦਿੰਦਾ ਹੈ। ਇਹ ਐਸਾ ਬਿਜ਼ਨਸਮੈਨ ਹੈ ਗੁਰੂ। ਅਵਗੁਣ ਸਾਡੇ ਕੋਲੋਂ, ਸਾਡੀਆਂ ਕਮੀਆਂ, ਸਾਡੀਆਂ ਗਲਤੀਆਂ ਸਾਡੇ ਕੋਲੋਂ ਲੈ ਲੈਂਦਾ ਹੈ ਤੇ ਸਾਨੂੰ ਗੁਣ ਦੇ ਦਿੰਦਾ ਹੈ, ਚੰਗੇ ਗੁਣ, ਸ਼ੁਭ ਗੁਣ, ਗੁੱਡ ਕੁਆਲਿਟੀਜ਼ ਸਾਡੇ ਅੰਦਰ ਭਰ ਦਿੰਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਜੇਕਰ ਕੁਝ ਦੇਣਾ ਹੀ ਨਾ ਤੇ ਇਹ ਸਭ ਕੁਝ ਕੱਢ ਕੇ ਤੇ ਗੁਰੂ ਦੇ ਅੱਗੇ ਰੱਖ ਦੇ, ਮਾਲਕ ਇਹ ਹੀ ਆ ਮੇਰੇ ਕੋਲ ਦੇਣ ਜੋਗਾ, ਬਾਕੀ ਤਾਂ ਤੇਰੀਆਂ ਸਾਰੀਆਂ ਦਾਤਾਂ ਨੇ, ਤੇਰੇ ਕੋਲੋਂ ਆਈਆਂ ਨੇ, ਤੈਨੂੰ ਮੈਂ ਕੀ ਦੇਵਾਂ। ਤੇ ਜਦੋਂ ਇਸ ਤਰ੍ਹਾਂ ਕਰੇਗਾ ਨਾ ਤੇ ਸਾਹਿਬ ਜੀ ਕਹਿੰਦੇ ਫਿਰ ਤੇਰੀ ਹਰ ਇੱਕ ਮੰਗ ਪੂਰੀ ਹੋਏਗੀ। ਕਰਮੀ ਕਰਮੀ ਹੁਕਮ ਪਿਆ, ਕਿਉਂਕਿ ਤੇਰੇ ਕਰਮ ਚੰਗੇ ਹੋ ਜਾਣੇ ਨੇ। ਤੂੰ ਚੰਗਾ ਕਰੇਗਾ ਤੇ ਜਦੋਂ ਚੰਗਾ ਕਰੇਗਾ ਫਿਰ ਉਹਦਾ ਨਤੀਜਾ ਵੀ ਚੰਗਾ ਹੀ ਨਿਕਲੇਗਾ। ਇਹੀ ਗੱਲ ਗੁਰੂ ਨਾਨਕ ਸਾਹਿਬ ਨੇ ਸਾਨੂੰ ਅੱਜ ਦੇ ਬਚਨਾਂ 'ਚ ਸਮਝਾਈ ਹੈ। ਕਹਿੰਦੇ ਧੱਧੈ ਧਾਰ ਕਲਾ ਜਿਨ ਛੋਡੀ, ਹਰ ਚੀਜੀ ਜਿਨ ਰੰਗ ਕੀਆ, ਤਿਸ ਦਾ ਦੀਆ ਸਭਣੀ ਲਿਆ। ਉਹਦੀਆਂ ਦਾਤਾਂ ਅਸੀਂ ਸਾਰੇ ਹੀ ਯੂਜ਼ ਕਰਦੇ ਪਏ ਹਾਂ। ਕਰਮੀ ਕਰਮੀ ਹੁਕਮ ਪਿਆ, ਆਪਣੇ ਕੀਤੇ ਕਰਮਾਂ ਦੇ ਮੁਤਾਬਕ ਉਹ ਮਾਲਕ ਸਾਨੂੰ ਦਾਤਾਂ ਦਿੰਦਾ ਹੈ, ਉਹਦਾ ਹੁਕਮ ਚੱਲਦਾ ਹੈ ਤੇ ਉਹਦੇ ਹੁਕਮ ਦੇ ਅਕੋਰਡਿੰਗਲੀ ਅਸੀਂ ਦਾਤਾਂ ਪ੍ਰਾਪਤ ਕਰਦੇ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕੀਤਾ ਹੋਇਆ ਪਾਵਨ ਬਚਨ ਸਾਡੀ ਸਮਝ ਦੇ ਵਿੱਚ ਆ ਜਾਏ, ਤਾਂ ਕਿ ਆਪਣੀਆਂ ਕਮੀਆਂ ਨੂੰ ਦੂਰ ਕਰਦਿਆਂ ਹੋਇਆਂ ਗੁਰੂ ਦੇ ਕੋਲੋਂ ਸ਼ੁਭ ਗੁਣ ਲੈ ਕੇ ਆਪਣੇ ਜੀਵਨ ਨੂੰ ਸਫਲ ਬਣਾ ਸਕੀਏ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।